Hello friends, today we are going to discuss about some tips for SAT in NTSC. Means कि ਅਸੀਂ NTSC ਦੇ ਵਿੱਚ ਜਿਹੜਾ SAT ਦੇ ਵਿੱਚ ਸਾਡੇ ਸਬਜੈਕਟਸ ਕਵਰ ਹੋਣੇ ਆ, ਅਸੀਂ ਉਹਨਾਂ ਸਬਜੈਕਟਸ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਅੱਛੇ ਮਾਰਕਸ ਸਕੋਰ ਕਰਨੇ ਆ, ਅਸੀਂ ਉਹਦੀਆਂ ਕੁਝ ਟਿਪਸ ਬਾਰੇ ਜਾਣਕਾਰੀ ਲਵਾਂਗੇ. So let's go for the tips. So watch the video till end so that you can get good marks in these subjects. First of all, it is ਕੰਸਨਟਰੇਟ ਮੋਰ ਔਨ ਥਿਓਰੈਟੀਕਲ ਸਬਜੈਕਟਸ ਕਿ ਥਿਓਰੈਟੀਕਲ ਸਬਜੈਕਟਸ ਦੇ ਉੱਪਰ ਅਸੀਂ ਸਭ ਤੋਂ ਜ਼ਿਆਦਾ ਕੰਸਨਟਰੇਟ ਕਰਨਾ ਆ. ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਜਿਹੜਾ ਸੈਟ ਦਾ ਪੇਪਰ ਹੈਗਾ NTSC ਦਾ, ਉਹਦੇ ਵਿੱਚ ਕਿਹੜੇ ਸਬਜੈਕਟਸ ਆਉਣੇ ਨੇ. ਸੋਸ਼ਲ ਸਟੱਡੀਜ਼, ਸੋਸ਼ਲ ਸਾਇੰਸ ਐਂਡ ਮੈਥਮੈਟਿਕਸ, 3 ਸਬਜੈਕਟਸ, ਸੋਸ਼ਲ ਸਾਇੰਸ ਐਂਡ ਮੈਥਮੈਟਿਕਸ. ਸੋ ਇਹਨਾਂ ਦੇ ਵਿੱਚੋਂ ਸਾਡੇ ਜਿਹੜੇ ਥਿਓਰੈਟੀਕਲ ਸਬਜੈਕਟਸ ਨੇ ਉਹ ਕਿਹੜੇ ਨੇ? ਸੋਸ਼ਲ ਸਾਇੰਸ ਐਂਡ ਸਾਇੰਸ, ਰਾਈਟ. ਜਿਹੜਾ ਮੈਥਮੈਟਿਕਸ ਹੈ ਦੈਟ ਇਜ਼ ਨਾਟ ਅ ਥਿਓਰੈਟੀਕਲ ਸਬਜੈਕਟਸ, ਦੈਟ ਇਜ਼ ਅ ਪ੍ਰੈਕਟੀਕਲ ਸਬਜੈਕਟਸ. ਸੋ ਅਸੀਂ ਕੀ ਕਰਨਾ ਆ ਕਿ ਸਭ ਤੋਂ ਜ਼ਿਆਦਾ ਆਪਣੀ ਕੰਸਨਟਰੇਸ਼ਨ ਜਿਹੜੀ ਹੈ ਉਹ ਸੋਸ਼ਲ ਸਾਇੰਸ ਔਰ ਸਾਇੰਸ 'ਤੇ ਦੇਣੀ ਹੈ. ਠੀਕ ਹੈ. ਸੋਸ਼ਲ ਸਾਇੰਸ ਦੇ ਵਿੱਚ ਸਾਡੇ ਕੋਲ ਹਿਸਟਰੀ, ਜੀਓਗ੍ਰਾਫੀ, ਇਕਨੋਮਿਕਸ ਐਂਡ ਪੋਲੀਟੀਕਲ ਸਾਇੰਸ ਜਿਹੜਾ ਉਹ ਆਉਣਗੇ. ਸਾਇੰਸ ਦੇ ਵਿੱਚ ਬਾਇਓਲੋਜੀ, ਕੈਮਿਸਟਰੀ ਐਂਡ ਫਿਜ਼ਿਕਸ. ਇਹਨਾਂ ਵਿੱਚ ਵੀ ਜਿਹੜਾ ਫਿਜ਼ਿਕਸ ਹੈ ਇਹ ਪ੍ਰੈਕਟੀਕਲ ਸਬਜੈਕਟਸ ਦੇ ਵਿੱਚ ਆ ਜਾਂਦਾ ਹੈ, ਦੈਟ ਇਜ਼ ਨਾਟ ਅ ਥਿਓਰੈਟੀਕਲ ਸਬਜੈਕਟਸ, ਲਿਟਲ ਬਿਟ ਪ੍ਰੈਕਟੀਕਲ ਸਬਜੈਕਟ. ਸੋ ਸਾਨੂੰ ਕਿਹਦੇ 'ਤੇ ਦੇਣਾ ਹੈਗਾ ਧਿਆਨ? ਸੋਸ਼ਲ ਸਾਇੰਸ ਐਂਡ ਸਾਇੰਸ ਦੇ ਵਿੱਚ ਬਾਇਓ ਐਂਡ ਕੈਮਿਸਟਰੀ. these are all theoretical subjects because ਮੈਥਮੈਟਿਕਸ ਜਿਹੜਾ ਆ ਉਹਨੂੰ ਅਸੀਂ ਛੱਡ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਆ ਇਹ ਜੇਕਰ ਅਸੀਂ ਥਿਓਰੈਟੀਕਲ ਸਬਜੈਕਟਸ ਦੇ ਵਿੱਚ ਬੈਸਟ ਹੈਗੇ ਹਾਂ ਸੋ ਵੀ ਕੈਨ ਲੀਵ ਮੈਥਮੈਟਿਕਸ. ਸਭ ਤੋਂ ਲਾਸਟ ਵਿੱਚ ਅਸੀਂ ਮੈਥਮੈਟਿਕਸ ਨੂੰ ਜਿਹੜਾ ਹੈਗਾ ਆ ਉਹ ਅਟੈਂਪਟ ਕਰਨਾ ਆ. ਦੇਖੋ ਕਿਸ ਤਰੀਕੇ ਨਾਲ, ਵਾਈ? ਕਿਉਂਕਿ ਇਹ ਜਿਹੜੇ ਥਿਓਰੈਟੀਕਲ ਸਬਜੈਕਟਸ ਨੇ ਇਹਨਾਂ ਵਿੱਚ ਇਫ ਯੂ ਆਰ ਗੁੱਡ ਇਨ ਮੈਥਸ ਇਟਸ ਗੁੱਡ, ਰਾਈਟ. ਬਹੁਤ ਅੱਛੀ ਗੱਲ ਹੈ, ਬਹੁਤ ਵਧੀਆ ਗੱਲ ਹੈ. ਬਟ ਕਿਉਂਕਿ ਜਿਹੜੇ ਸਾਡੇ ਥਿਓਰੈਟੀਕਲ ਸਬਜੈਕਟਸ ਨੇ ਉਹਦੇ ਵਿੱਚ ਕੀ ਆ ਕਿ ਈਦਰ ਯੂ ਨੋ ਦਾ ਆਨਸਰ ਔਰ ਯੂ ਡੋਂਟ ਨੋ ਦਾ ਆਨਸਰ. ਜਾਂ ਤਾਂ ਤੁਹਾਨੂੰ ਕੁਐਸਚਨ ਦਾ ਆਨਸਰ ਪਤਾ ਆ ਜਾਂ ਤੁਹਾਨੂੰ ਕੁਐਸਚਨ ਦਾ ਆਨਸਰ ਬਿਲਕੁਲ ਵੀ ਨਹੀਂ ਪਤਾ ਹੈਗਾ. ਸੋ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਹਿਸਟਰੀ ਆ ਉਹਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਹੋ ਸਕਦੇ ਨੇ, ਮੈਂ ਜਸਟ ਇੱਕ ਛੋਟੀ ਜਿਹੀ ਐਗਜ਼ਾਮਪਲ ਹੀ ਦਊਂਗੀ. ਲਾਈਕ ਅਸੀਂ ਕਹਿ ਸਕਦੇ ਹਾਂ ਕਿ ਅਕਬਰ ਦੇ ਫਾਦਰ ਦਾ ਨਾਮ ਕੀ ਸੀ, ਜਾਂ ਸਿੱਖਾਂ ਦੇ ਪਹਿਲੇ ਗੁਰੂ ਕਿਹੜੇ ਸਨ, ਜਾਂ ਉਹਨਾਂ ਦੀ ਲਾਈਫ ਹਿਸਟਰੀ ਦੇ ਨਾਲ ਕੋਈ ਵੀ ਰਿਲੇਟਿਡ ਕੁਐਸਚਨ. ਉਹ ਤਾਂ ਜੈਸਾ ਹੈ ਵੈਸਾ ਹੀ ਉਹਦਾ ਆਨਸਰ ਹੋਏਗਾ, ਕੋਈ ਉਹ 'ਚ ਫਾਰਮੂਲਾ ਲਗਾ ਕੇ ਅਸੀਂ ਉਹਨੂੰ ਕੈਲਕੂਲੇਟ ਨਹੀਂ ਕਰਾਂਗੇ, ਰਾਈਟ. ਹੁਣ ਇਹਦੇ ਵਿੱਚ ਕੀ ਹੈਗਾ ਕਿ ਜਾਂ ਤਾਂ ਸਾਨੂੰ ਉਸ ਕੁਐਸਚਨ ਦਾ ਆਨਸਰ ਪਤਾ ਆ ਜਾਂ ਤਾਂ ਸਾਨੂੰ ਉਹਨਾਂ ਦੇ ਨੇਮਸ ਪਤਾ ਨੇ ਜਾਂ ਨਹੀਂ ਪਤਾ ਹੈਗੇ. ਠੀਕ ਹੈ. ਇਸ ਕਰਕੇ ਅਸੀਂ ਇਹਦਾ ਇੰਸਟੈਂਟਲੀ ਆਨਸਰ ਜਿਹੜਾ ਹੈ ਉਹ ਦੇ ਸਕਦੇ ਹਾਂ ਰਾਦਰ ਦੈਨ ਕਿ ਮੈਥਸ ਦੇ ਵਿੱਚ ਕੀ ਹੈਗਾ ਆ ਅਸੀਂ ਫਾਰਮੂਲਾ ਸੋਚਾਂਗੇ, ਮੇ ਬੀ ਕਿ ਕੋਈ ਸਾਡਾ ਕੈਲਕੂਲੇਸ਼ਨ ਵਾਲਾ ਕੁਐਸਚਨ ਹੋਵੇ ਅਤੇ ਅਸੀਂ ਉਹਨੂੰ ਟਾਈਮ ਵੀ ਜਿਹੜਾ ਲੱਗ ਸਕਦਾ ਹੈ ਉਹਦਾ ਆਨਸਰ ਫਾਈਂਡ ਆਊਟ ਕਰਨ ਲਈ. ਸੋ ਇਸ ਦਾ ਮਤਲਬ ਕੀ ਹੈਗਾ ਆ ਕਿ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਹੈਗਾ ਆ ਉਹ ਥਿਓਰੈਟੀਕਲ ਸਬਜੈਕਟਸ 'ਤੇ ਹੀ ਧਿਆਨ ਦੇਣਾ ਪਏਗਾ. ਨਾਓ ਆਈ ਵਿਲ ਟੈਲ ਯੂ ਕਿ ਜਿਸ ਤਰ੍ਹਾਂ ਬਾਇਓਲੋਜੀ ਹੈ, ਠੀਕ ਹੈ, ਸਾਇੰਸ ਦੇ ਵਿੱਚ ਇਹ ਹੋ ਗਈ ਸਾਡੀ ਪਹਿਲਾਂ ਤਾਂ ਸੋਸ਼ਲ ਸਾਇੰਸ ਦੀ ਗੱਲ ਹੋ ਗਈ. ਉਸ ਤੋਂ ਬਾਅਦ ਸਾਡੇ ਸਾਇੰਸ ਦੇ ਵਿੱਚ, ਸਾਇੰਸ 'ਚ ਕੀ ਹੈ ਕਿ ਬਾਇਓਲੋਜੀ ਬਿਲਕੁਲ ਸਿੰਪਲ ਸਬਜੈਕਟ, ਜੋ ਸਾਨੂੰ ਉਹ 'ਚ ਕੁਐਸਚਨ ਪੁੱਛਿਆ ਗਿਆ ਆ ਉਹਦੇ 'ਚ ਕੋਈ ਫਾਰਮੂਲਾ ਨਹੀਂ ਲੱਗੇਗਾ, ਉਹ 'ਚ ਜੋ ਹੈਗਾ ਆ ਉਹਦਾ ਆਨਸਰ ਉੱਥੇ ਹੋਏਗਾ. ਲਾਈਕ ਲੀਵਰ ਦੇ ਫੰਕਸ਼ਨਸ ਕੀ ਨੇ ਜਾਂ ਪਲਾਂਟਸ ਦੇ ਨਾਲ ਰਿਲੇਟਿਡ ਕੋਈ ਵੀ ਕੁਐਸਚਨ ਹੈਗਾ ਆ ਉਹ ਜਿਸ ਤਰ੍ਹਾਂ ਦਾ ਹੈਗਾ ਵਾ ਉਹ ਐਜ਼ ਇਟ ਹੀ ਸਾਨੂੰ ਆਨਸਰ ਦੇਣਾ ਪਏਗਾ. ਬਾਈ ਨੇਮ ਉਹਨੂੰ ਸਾਨੂੰ ਯਾਦ ਰੱਖਣੇ ਪੈਣਗੇ ਉਹਨਾਂ ਦੇ. ਸੋ ਜਾਂ ਤਾਂ ਤੁਹਾਨੂੰ ਉਹਦਾ ਨੇਮ ਆਉਂਦਾ ਆ ਜੋ ਵੀ ਪੁੱਛਿਆ ਗਿਆ ਆ, ਸੋ ਯੂ ਕੈਨ give the answer instantly. Either you know the answer or you don't know the answers. So these are all theoretical subjects, right? So ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ ਕਿ ਅਸੀਂ social studies, then biology, then chemistry and ਸਭ ਤੋਂ ਐਂਡ ਦੇ ਵਿੱਚ ਅਸੀਂ ਕੀ ਕਰਾਂਗੇ ਫਿਜ਼ਿਕਸ ਦੇ ਵਿੱਚ, ਕਿਉਂਕਿ ਫਿਜ਼ਿਕਸ ਦੇ ਵਿੱਚ ਸਾਡੇ ਕੋਲ ਕੁਛ ਨਿਊਮੈਰੀਕਲਸ ਵੀ ਆ ਜਾਂਦੇ ਨੇ, ਰਾਈਟ. ਹੁਣ ਨੈਕਸਟ ਜਿਹੜਾ ਹੈਗਾ ਆ ਉਸ ਤੋਂ ਬਾਅਦ ਹੈਗਾ ਆ ਕਿ ਸੋਸ਼ਲ ਸਾਇੰਸ ਇਜ਼ ਅ ਕੀ ਟੂ ਕਰੈਕ NTSC. ਠੀਕ ਹੈ. ਹੁਣ ਸੋਸ਼ਲ ਸਾਇੰਸ ਕਿੱਦਾਂ ਦਾ ਸਬਜੈਕਟ ਹੈਗਾ? ਯੂ ਨੋ ਇਟ ਕਿ ਸੋਸ਼ਲ ਸਾਇੰਸ ਜਿਹੜਾ ਵਾ ਇੱਕ ਦਿਸ ਇਜ਼ ਜਸਟ ਲਾਈਕ ਯੂ ਕੈਨ ਸੇ ਬੈਂਗਨ ਦੀ ਸਬਜ਼ੀ. ਬੈਂਗਨ ਦੀ ਸਬਜ਼ੀ ਹੁਣ ਕਿੱਦਾਂ? ਬਿਕੋਜ਼ ਸਮ ਸਟੂਡੈਂਟਸ ਲਾਈਕ ਇਟ ਐਂਡ ਸਮ ਸਟੂਡੈਂਟਸ ਲਾਈਕ ਇਟ ਦੀ ਮੋਸਟ ਬਟ ਸਮ ਡੋਂਟ ਲਾਈਕ ਐਟ ਆਲ.
मीनस कि ਜਾਂ ਤਾਂ ਇਹਨੂੰ ਬੱਚੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਜਾਂ ਬੱਚੇ ਇਹਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ। दैट इज़ वाई कि इट इज़ कॉल्ड बैंगन की सब्जी। ठीक है। सो सोशल साइंस ਜਿਹੜਾ ਹੈਗਾ ਆ ਇਹ ਸਾਡਾ NTSC ਨੂੰ ਕਰੈਕ ਕਰਨ ਲਈ ਇੱਕ ਸਭ ਤੋਂ ਵੱਡੀ ਕੀ ਹੈਗਾ ਆ, ਇੱਕ ਅਸੀਂ ਇਹਨੂੰ ਕਹਿ ਸਕਦੇ ਹਾਂ ਦਿਸ ਇਜ਼ ਅ ਕੀ ਟੂ ਯੋਰ ਸਕਸੈਸ। ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮੈਟ ਯੂ ਹੈਵ ਡਨ ਦਾ ਬੈਸਟ, ਮੈਟ ਵਿੱਚ ਤੁਸੀਂ ਬਹੁਤ ਵਧੀਆ ਉਹ ਅਲੱਗ ਪੇਪਰ ਹੈ 100 ਮਾਰਕਸ ਦਾ ਹੈਗਾ, ਯੂ ਹੈਵ ਡਨ ਇਟ ਵੈਰੀ ਨਾਈਸਲੀ। ਮੈਥਸ ਵਿੱਚ ਤੁਸੀਂ ਬਹੁਤ ਵਧੀਆ ਨਹੀਂ ਹੋ, ठीक है। वी आर नॉट सपोज कर लो कि मैथ्स विच यू आर नॉट गुड, राइट। दैन सोशल साइंस एक यह जिहा सबजैक्ट हैगा आ वो बाकी सारे नूं कवर कर जांदा। 40 क्वेश्चनस ने, यू कैन गैट 40 आउट ऑफ 40। ठीक है। सो असीं की करना है कि वैन वी गैट द पेपर ऑफ सैट इन आवर हैंड्स, जदों साडे कोल सैट का पेपर आ जाना आ, असीं सब तो पहलां की करना हैगा आ सोशल साइंस नूं अटैम्प्ट करना। ठीक है। नैक्सट सैकेंडली thirdly, don't be maths crazy student to crack NTSC। ਅਸੀਂ NTSC ਨੂੰ क्रैक ਕਰਨ ਲਈ मैथ्स crazy नहीं बनना। ठीक है। देखो किस तरह, I will say if you are wonderful in maths, ठीक है, it's good, I appreciate you कि you are good in maths। और ਤੁਸੀਂ ਕੀ ਕਰਦੇ ਹੋ when you get the paper of SAT, ਤੁਸੀਂ ਸਭ ਤੋਂ ਪਹਿਲਾਂ ਮੈਥਸ ਪੋਰਸ਼ਨ ਹੀ ਖੋਲ੍ਹਣ ਬੈਠ ਜਾਂਦੇ ਆਪਾਂ कि आई एम कॉन्फिडेंट कि मैं मैथ से सारे क्वेश्चन जोड़े ने सॉल्व कर लूँगा। बट डोंट गो फॉर इट। इवन इफ यू आर गुड एट मैथ्स then even then I urge to you, I request to you, I suggest to you that don't go for maths first, because for example जेकर असीं एक छोटा जिहा कैलकुलेशन का क्वेश्चन लै लीए, लाइक सपोज फॉर एग्जाम्पल 394 मल्टीप्लाइड बाय 497 प्लस 643 माइनस 246 एक्सैट्रा एक्सैट्रा। जेकर तुसीं बहुत वधिया भी हो ना मैथ्स विच, ईवन दैन इन्नी छोटी जी कैलकुलेशन करन लई भी सानू कुछ टाइम लगेगा एंड दैट इज़ द वेस्टेज ऑफ टाइम। इस टाइम दे नाल इस जिन्ना टाइम असीं इस कैलकुलेशन नूं लगावांगे असीं उन्ने टाइम दे विच अपने SST या साइंस दे बाकी क्वेश्चन जिहड़े ने सॉल्व कर सकते हैं। सो कीप द मैथ्स एट द एंड। ठीक है। लेकिन इस तो उल्ट की होएगा कि SST के जोड़े सिंपल क्वेश्चन ने, फॉर एग्जाम्पल कैपिटल ऑफ एनी कंट्री और स्टेट, यू कैन क्विकली गिव द आंसर इफ़ यू नो इट। जो तुहानूं उसका आंसर पता है तो तुसीं उसका आंसर जिहड़ा वा इंस्टेंटली उस टाइम दे सकते हो। ठीक है। और ये भी हो सकता है कि एट द एंड जेकर कोई क्वेश्चन थोड़ा रह गया, मान लो याद नहीं आया, तो आपां उहदे ते जिहड़ी नीयर बाय कोई भी उहदी अप्रॉक्सीमेटली तुहाडे माइंड च आ रही, आपां उहनूं जिहड़ा ओवल नूं डाक कर देवांगे, क्योंकि नैगेटिव मार्किंग नहीं है। इसलिए आपां कोई भी क्वेश्चन जिहड़ा अनअटैम्प्टेड नहीं छड्डना। आउंदा है तद भी मार्क करना है, नहीं आउंदा असीं तद भी उसनूं मार्क करांगे। सो इट इज़ माई सुजैशन, डोंट बी मैथ्स क्रेजी स्टूडेंट to crack NTSC. This is not a platform to show your capability in maths. If you are a wonderful mathematician, if you are good at maths, I appreciate you, but NTSC is not a platform to show your capability in maths. Forget it. देखो 20 क्वेश्चन आने आ मैथ्स दे विच, लेकिन 80 तो बाकी हैगे ने ना। असीं 80 पहला करने आ, 20 बाद विच करने आ। सोशल साइंस पहला करनी है, बायोलॉजी करनी है, कैमिस्ट्री करनी है, फिजिक्स करनी है, दैन जो टाइम बचा उहदे विच असीं मैथ्स करने, राइट। नैक्सट, डोंट गो फॉर न्यूमेरिकल्स इन फिजिक्स। न्यूमेरिकल्स आने हैं फिजिक्स दे विच, बट डोंट गो फॉर दोज। फस्ट अटैम्प्ट बायो एंड कैमिस्ट्री। न्यूमेरिकल्स जिहड़े ने फिजिक्स दे विच असीं की हुंदा आ कि देखो वी नो दैट नो न्यूमेरिकल्स इन सोशल साइंस, नो इन बायोलॉजी। कैमिस्ट्री दे विच जे कुछ होणगे भी तां कोई थोड़े बहुत ही हुंदे आ, लेकिन फिजिक्स दे विच जिहड़े ने न्यूमेरिकल
ਹੁੰਦੇ ਆ, ਆਲਮੋਸਟ ਹੁੰਦੇ ਆ 13 ਔਰ 14 ਆਊਟ ਆਫ 20 ਔਰ 15 ਕੁਐਸਚਨਸ ਵੀ ਕੈਨ ਸੇ, ਮਤਲਬ ਹੁੰਦੇ ਆ ਫਿਜ਼ਿਕਸ ਦੇ ਵਿੱਚ। ਸੋ ਡੋਂਟ ਵੇਸਟ ਟਾਈਮ ਔਨ ਦੀਜ਼ ਨਿਊਮੈਰੀਕਲਸ। ਜਿਹੜੇ ਵੀ ਨਿਊਮੈਰੀਕਲਸ ਉਹਦੇ ਵਿੱਚ ਆਉਣਗੇ, ਜੇ ਤੁਸੀਂ ਆਪਣੀ ਜਿਹੜੀ ਬੁੱਕ ਹੈਗੀ ਆ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਉਹਦੇ ਨਿਊਮੈਰੀਕਲਸ ਕੀਤੇ ਹੋਣਗੇ, ਫਿਰ ਤੁਸੀਂ ਉਹਨੂੰ ਜਿਹੜਾ ਤੁਹਾਡੇ ਕੋਲ ਬਚਿਆ ਹੋਇਆ ਟਾਈਮ ਆ, ਯੂ ਕੈਨ ਡੂ ਈਜ਼ੀਲੀ ਦੋਜ਼ ਨਿਊਮੈਰੀਕਲਸ। ਸੋ ਉਹਨਾਂ ਉੱਤੇ ਆਪਣਾ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ। ਫਿਜ਼ਿਕਸ ਦੇ ਜੋ ਥਿਓਰੈਟੀਕਲ ਕੁਐਸਚਨਸ ਹੋਣਗੇ ਉਹਨਾਂ ਨੂੰ ਅਸੀਂ ਸੋਲਵ ਕਰ ਸਕਦੇ ਹਾਂ, ਲੇਕਿਨ ਜਿਹੜੇ ਨਿਊਮੈਰੀਕਲਸ ਨੇ ਉਹਨਾਂ ਨੂੰ ਅਸੀਂ ਮੈਥਸ ਦੇ ਨਾਲ ਲਾਸਟ ਦੇ ਵਿੱਚ ਕਰਾਂਗੇ। ਠੀਕ ਹੈ। next is do practice of previously asked questions in NTSC। ਦੇਖੋ ਐਟਲੀਸਟ ਜਿੰਨੇ ਵੀ ਤੁਹਾਡੇ ਪਿਛਲੇ NTSC ਦੇ ਕੁਐਸਚਨਸ ਪੇਪਰ ਨੇ ਉਹਨਾਂ ਵਿੱਚੋਂ ਐਟਲੀਸਟ 4 ਔਰ 5 ਇਅਰਸ ਦੇ ਜਿਹੜੇ ਕੁਐਸਚਨ ਪੇਪਰਸ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਦੇਖਣਾ ਹੈ, ਉਹਨਾਂ ਦੇ ਸੋਲਿਊਸ਼ਨ ਜ਼ਰੂਰ ਕਰਕੇ ਦੇਖਣੇ ਆ, ਉਹਨਾਂ ਦੀ ਪ੍ਰੈਕਟਿਸ ਜ਼ਰੂਰ ਕਰਨੀ ਆ। ਵਾਈ? ਕਿਉਂਕਿ ਇੱਕ ਤਾਂ ਤੁਹਾਨੂੰ ਇਸ ਤਰ੍ਹਾਂ ਕਰਨ ਦੇ ਨਾਲ ਪੇਪਰ ਦਾ ਪੈਟਰਨ ਪਤਾ ਲੱਗੇਗਾ, ਪੇਪਰ ਦਾ ਸਟੈਂਡਰਡ ਪਤਾ ਲੱਗੇਗਾ ਕਿ ਕਿਸ ਸਟੈਂਡਰਡ ਦੇ ਔਰ ਕਿਸ ਟਾਈਪ ਦੇ ਕੁਐਸਚਨਸ ਜਿਹੜੇ ਨੇ ਉਹ ਸਾਨੂੰ NTSC ਦੇ ਵਿੱਚ ਪੁੱਛੇ ਜਾਂਦੇ ਨੇ। ਸੋ ਉਹਨਾਂ ਦੇ ਉੱਤੇ ਬੇਸਡ ਅਸੀਂ ਆਪਣੀਆਂ ਬੁੱਕਸ ਦੇ ਵਿੱਚੋਂ ਕੁਐਸਚਨਸ ਲੱਭ ਕੇ ਸੋਲਵ ਕਰ ਸਕਦੇ ਹਾਂ। ਲਾਈਕ ਜਿਵੇਂ ਮੈਥ ਹੈ, ਅਤੇ ਮੈਥ ਦੇ ਵਿੱਚ ਤੁਹਾਨੂੰ ਜਿਹੜੇ ਨੇ ਸੀਰੀਜ਼ ਦੇ ਪੈਟਰਨਸ ਪਤਾ ਲੱਗ ਸਕਦੇ ਨੇ ਨਵੇਂ ਜੇ ਤੁਸੀਂ ਉਹ ਕੁਐਸਚਨ ਪੇਪਰ ਸਾਰੇ ਸੋਲਵ ਕਰਦੇ ਹੋ। ਸੋ ਆਈ ਸੁਜੈਸਟ ਕਿ ਤੁਹਾਡੇ ਜਿਹੜੇ ਪਿਛਲੇ ਸਾਲਾਂ ਦੇ ਐਟਲੀਸਟ 4 ਔਰ 5 ਇਅਰਸ ਦੇ ਕੁਐਸਚਨ ਪੇਪਰ ਨੇ ਉਹਨਾਂ ਨੂੰ ਜ਼ਰੂਰ ਸੋਲਵ ਕਰਕੇ ਦੇਖਣਾ ਆ। ਮੇਰੇ ਹੀ ਇਸੇ YouTube ਚੈਨਲ ਦੇ ਉੱਪਰ ਲਾਸਟ 4 ਇਅਰਸ ਦੇ ਜਿਹੜੇ 2016 ਤੋਂ ਲੈ ਕੇ 20 ਤੱਕ ਦੇ ਜਿਹੜੇ ਨੇ ਪੇਪਰਸ ਉਹਨਾਂ ਦੇ ਸੋਲਿਊਸ਼ਨਸ ਪਏ ਨੇ। ਯੂ ਕੈਨ ਗੋ ਫॉर ਦੋਜ਼ ਵੀਡੀਓਜ਼ ਔਨ ਮਾਈ ਚੈਨਲ। ਸੋ ਅਸੀਂ ਉਹਨਾਂ ਦੀ ਪ੍ਰੈਕਟਿਸ ਜ਼ਰੂਰ ਕਰਨੀ ਆ। ਦਿਸ ਇਜ਼ ਮਸਟ। ਕਈ ਵਾਰੀ ਉਹਨਾਂ 'ਚੋਂ ਰਿਪੀਟ ਵੀ ਜਿਹੜੇ ਨੇ ਉਹ ਹੋ ਸਕਦੇ ਆ, ਮੇ ਬੀ। ਨੈਕਸਟ, ਸਿਟ ਵਿਦ ਬੁੱਕ ਐਂਡ ਪੈਨਸਿਲ ਐਂਡ ਸਟਾਰਟ ਫਰੋਮ ਫਸਟ ਪੇਜ ਐਂਡ ਫਸਟ ਪੈਰਾ। ਦਿਸ ਇਜ਼ ਵੈਰੀ necessary thing ਕਿ ਤੁਸੀਂ ਇਹਨੂੰ this is very important, remember this। ਕੀ ਕਰਨਾ ਹੈ, ਤੁਸੀਂ ਜਦੋਂ ਵੀ ਪੜ੍ਹਨਾ ਆ ਤੁਸੀਂ ਇੱਕ ਬੁੱਕ ਪੈਨਸਿਲ ਲੈਣੀ ਆ, ਆਪਣੀ ਟੈਕਸਟ ਬੁੱਕ ਲੈਂਦੇ ਹੋ, ਠੀਕ ਹੈ। ਸਪੋਜ਼ ਫੋਰ ਐਗਜ਼ਾਮਪਲ ਆਈ ਵਿਲ ਟੈਲ ਯੂ ਫॉर ਸੋਸ਼ਲ ਸਟੱਡੀਜ਼ ਕਿ ਤੁਸੀਂ ਆਪਣੀ ਬੁੱਕ ਫੜਦੇ ਹੋ, ਹਿਸਟਰੀ ਬੁੱਕ ਵੀ ਕੈਨ ਸੇ, ਹਿਸਟਰੀ ਦੀ ਅਸੀਂ ਬੁੱਕ ਲੈਂਦੇ ਹਾਂ। ਆਪਣੀ ਬੁੱਕ ਰੱਖਣੀ ਆ ਕੋਲ, ਉਹਦੇ ਵਿੱਚ ਨਾਲ ਤੁਸੀਂ ਪੈਨਸਿਲ ਲੈਣੀ ਆ, ਕਾਪੀ ਲੈਣੀ ਆ। ਆਪਣੀ ਸਟੇਟ ਬੋਰਡ ਵਾਲੀ ਜਿਹੜੀ ਬੁੱਕ ਹੈਗੀ ਆ ਉਹਨੂੰ ਅਸੀਂ ਧਿਆਨ ਨਾਲ ਪੜ੍ਹਨਾ ਹੈ। ਉਹਦਾ ਫਸਟ ਪੇਜ, ਫਸਟ ਚੈਪਟਰ, ਹਰੇਕ ਚੈਪਟਰ ਦਾ ਜੋ ਫਸਟ ਪੇਜ ਹੈ ਉਹਦੇ ਵਿੱਚ ਦੇਖੋ ਕੀ ਹੁੰਦਾ ਆ ਕਿ ਉਸ ਚੈਪਟਰ ਦੇ ਉਸ ਫਸਟ ਪੇਜ ਦੇ ਉੱਪਰ ਸਾਨੂੰ ਇਹ ਦਿੱਤਾ ਹੁੰਦਾ ਹੈ ਕਿ ਵਾਟ ਵੀ ਆਰ ਗੋਇੰਗ ਟੂ ਲਰਨ ਇਨ ਦਿਸ ਚੈਪਟਰ, ਔਰ ਇਹ ਵੀ ਦਿੱਤਾ ਹੁੰਦਾ ਹੈ ਕਿ ਵਾਟ ਵੀ ਹੈਵ ਲਰਨਡ ਫਰੋਮ ਪ੍ਰੀਵੀਅਸਲੀ, ਅਸੀਂ ਪਿੱਛੋਂ ਕੀ ਪੜ੍ਹ ਕੇ ਆਏ ਹਾਂ ਔਰ ਨੈਕਸਟ ਅਸੀਂ ਕੀ ਜਾ ਰਹੇ ਹਾਂ। ਇਹ ਜਿਹੜਾ ਫਸਟ ਪੇਜ ਹੈ ਦੈਟ ਇਜ਼ ਦਾ ਸਮਰੀ ਆਫ ਦੈਟ ਚੈਪਟਰ। ਅਸੀਂ ਉਸ ਚੈਪਟਰ ਦੀ ਉਹ ਸਮਰੀ ਹੁੰਦੀ ਆ ਕਿ ਵਾਈ ਵੀ ਆਰ ਗੋਇੰਗ ਟੂ ਲਰਨ, ਵਾਈ ਵੀ ਆਰ ਗੋਇੰਗ ਟੂ ਟੀਚ ਦਿਸ ਚੈਪਟਰ or what we are going to learn from this chapter. So sit with pencil or think yourself that you are a paper setter। ਠੀਕ ਹੈ, ਤੁਸੀਂ ਇੱਕ ਪੇਪਰ ਸੈਟਰ ਹੋ। ਆਪਣੇ ਆਪ ਨੂੰ ਇਹ ਇਮੈਜਿਨ ਕਰਨਾ ਆ ਕਿ ਤੁਸੀਂ ਇੱਕ NTSC ਦਾ ਜੋ ਕੁਐਸਚਨ ਪੇਪਰ ਸੈੱਟ ਹੋਣਾ ਆ ਉਸ ਕਮੇਟੀ ਦੇ ਇੱਕ ਮੈਂਬਰ ਹੋ, ਔਰ ਤੁਹਾਨੂੰ ਕਿਹਾ ਗਿਆ ਆ ਕਿ ਤੁਸੀਂ ਇਸ ਚੈਪਟਰ ਦੇ ਵਿੱਚੋਂ ਕੁਐਸਚਨਸ ਜਿਹੜੇ ਨੇ ਉਹ NTSC ਲਈ ਸੈੱਟ ਕਰਨੇ ਹਨ। ਫਿਰ ਪੂਰਾ ਚੈਪਟਰ ਤੁਸੀਂ ਪੜ੍ਹਨਾ ਆ, ਧਿਆਨ ਨਾਲ ਪੜ੍ਹਨਾ ਉਹਨੂੰ। ਉਸ ਤੋਂ ਬਾਅਦ ਉਹਦੇ ਵਿੱਚੋਂ ਤੁਸੀਂ ਇੱਕ ਪੈਰਾ ਵੀ ਪੜ੍ਹ ਸਕਦੇ ਹੋ। ਇੱਕ ਪੈਰਾ ਪੜ੍ਹ ਕੇ ਉਹਦੇ ਵਿੱਚੋਂ ਜਿੰਨੇ ਵੀ ਕੁਐਸਚਨਸ ਮੈਕਸਿਮਮ ਤੁਸੀਂ ਫਾਰਮ ਕਰ ਸਕਦੇ ਹੋ, ਯੂ ਕੈਨ ਰਾਈਟ ਦੋਜ਼ ਕੁਐਸਚਨਸ। ਨੋਟ ਕਰੋ ਉਹਨਾਂ ਕੁਐਸਚਨਸ ਨੂੰ, ਔਰ ਜਿੰਨੇ ਮੈਕਸਿਮਮ ਉਸ ਚੈਪਟਰ ਦੇ ਵਿੱਚੋਂ ਕੁਐਸਚਨਸ ਬਣ ਸਕਦੇ ਨੇ 20 25 30 ਜਿੰਨੇ ਵੀ ਬਣ ਸਕਦੇ ਆ। ਬਾਅਦ ਵਿੱਚ ਕੀ ਹੋਏਗਾ ਕਿ ਤੁਸੀਂ ਉਹਨਾਂ ਕੁਐਸਚਨਸ ਨੂੰ ਉਹਨਾਂ ਦੇ ਗੋ ਥਰੂ ਹੋਣਾ ਆ, ਉਹਨਾਂ ਦੇ ਆਨਸਰ ਖੁਦ ਲੱਭਣ ਦੀ ਕੋਸ਼ਿਸ਼ ਕਰਨੀ ਹੈ ਬਿਕੋਜ਼ ਯੂ ਹੈਵ ਸਟੱਡੀਡ ਦੈਟ ਚੈਪਟਰ। ਤੁਸੀਂ ਉਹ ਚੈਪਟਰ ਨੂੰ ਪੜ੍ਹ ਚੁੱਕੇ ਹੋ, ਤੁਸੀਂ ਉਹਨਾਂ ਕੁਐਸਚਨਸ ਦੇ ਆਨਸਰ ਖੁਦ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਤੁਸੀਂ ਉਹਨਾਂ ਕੁਐਸਚਨ ਦੇ ਆਨਸਰ ਦੇ ਲਓਗੇ, ਆਪਣੇ ਆਪ ਲੱਭ ਸਕਦੇ ਹੋ, ਦੈਟ ਮੀਨਸ ਕਿ ਉਹ ਚੈਪਟਰ ਜਿਹੜਾ ਹੈਗਾ ਉਹ ਤੁਹਾਡੇ ਟਿਪਸ ਦੇ ਉੱਤੇ ਹੋ ਜਾਏਗਾ। ਰਾਈਟ, ਮੀਨਸ ਕਿ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ ਇਹ ਚੈਪਟਰ ਕਿਹਦੇ ਬਾਰੇ 'ਚ ਆ, ਔਰ ਕੋਈ ਵੀ ਕੁਐਸਚਨ ਉਸ ਚੈਪਟਰ ਦੇ ਵਿੱਚੋਂ ਆ ਜਾਏ ਯੂ ਕੈਨ ਈਜ਼ੀਲੀ ਅਟੈਂਪਟ ਦੈਟ ਕੁਐਸਚਨ। ਸੋ ਦਿਸ ਇਜ਼ ਮਸਟ। ਅਸੀਂ ਆਪਣੀ ਜਿਹੜੀਆਂ ਸਟੇਟ ਬੋਰਡ ਦੀਆਂ ਬੁੱਕਸ ਨੇ ਅਸੀਂ ਆਲਮੋਸਟ ਕੀ ਕਰਦੇ ਹਾਂ ਕਿ ਜਿਹੜਾ ਉਹਦਾ ਚੈਪਟਰ ਦੇ ਪਹਿਲਾਂ ਪੇਜ ਦਿੱਤਾ ਹੁੰਦਾ ਹੈ, ਚੈਪਟਰ ਨੰਬਰ ਸਪੋਜ਼ ਚੈਪਟਰ 15 ਅੱਗੇ ਇੱਕ ਪੇਜ ਫਸਟ ਪੇਜ ਦਿੱਤਾ ਆ, ਉਹਨੂੰ ਅਸੀਂ ਛੱਡ ਦਿੰਦੇ ਹਾਂ।
ਬਟ ਉਹਨੂੰ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਹੈ। ਉਹਦੇ ਵਿੱਚੋਂ ਕਾਫੀ ਕੁਐਸਚਨਸ ਜਿਹੜੇ ਨੇ ਉਹ ਸੈੱਟ ਹੁੰਦੇ ਆ। ਸੋ ਥੀਸ ਆਰ ਆਲ ਸਮ ਟਿਪਸ to crack your crack good marks, to get good marks in SAT. ਸੋ ਤੁਸੀਂ ਇਹਨਾਂ ਟਿਪਸ ਦੇ ਉੱਤੇ ਜੇ ਤੁਸੀਂ ਚੱਲੋਗੇ ਤੇ ਆਈ ਐਮ ਸ਼ੋਰ ਕਿ ਤੁਸੀਂ ਆਪਣੇ SAT ਦਾ ਜੋ ਪੇਪਰ ਹੈ ਉਹਦੇ ਵਿੱਚੋਂ 100 ਚੋਂ 100 ਵੀ ਤੁਸੀਂ ਲੈ ਸਕਦੇ ਹੋ, ਲੇਕਿਨ ਐਟਲੀਸਟ 80 ਯੂ ਕੈਨ ਗੈਟ। ਤੁਸੀਂ ਮੈਥਸ ਨੂੰ ਛੱਡ ਵੀ ਦਿੰਦੇ ਆ, ਯੂ ਕੈਨ ਗੈਟ 80 ਆਊਟ ਆਫ 100। ਸੋ ਮੈਥ ਯੂ ਹੈਵ ਡਨ, ਇਫ ਯੂ ਹੈਵ ਡਨ good in math paper, that is 100 marks, and 80 in your SAT paper, you will get 180 out of 200 marks. So that means ki you have cracked your NTSC. So go on these tips. Thank you, and subscribe my channel for more easy tips. Thank you.